Hello and warm welcome to everyone. This is Rajiv Sharma, your science teacher at Government Smart Middle School, Mehndipur. Shahid Bhagat Singh Nagar warm welcomes you in this session of Maths Booster Club, ਜਿੱਥੇ ਕਿ ਅਸੀਂ ਮੈਥਸ ਨਾਲ ਸੰਬੰਧਿਤ ਆਪਣੇ ਡਾਊਟਸ ਕਲੀਅਰ ਕਰਦੇ ਹਾਂ, ਰਾਈਟ? ਸੋ ਇਟਸ ਅ ਬੂਸਟਿੰਗ ਸੈਸ਼ਨ ਫॉर ਆਰ ਮੈਂਟਲ ਐਬਿਲਿਟੀ। ਪਿਆਰੇ ਬੱਚਿਓ, ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਕਰਨਾ ਹੈ ਐਕਸਪੋਨੈਂਟਸ ਐਂਡ ਪਾਵਰਸ ਨਾਲ ਸੰਬੰਧਿਤ ਜੋ ਵੀ ਸਾਡੇ ਡਾਊਟਸ ਹਨ ਉਸ ਨੂੰ ਕਲੀਅਰ। ਸੈਕੰਡਲੀ, ਅੱਜ ਦੇ ਇਸ ਵੀਡੀਓ ਸੈਸ਼ਨ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੰਨੇ ਫਾਰਮੂਲਾਜ਼ ਯੂਜ਼ ਹੁੰਦੇ ਹਨ ਐਕਸਪੋਨੈਂਟਸ ਐਂਡ ਪਾਵਰਸ ਦੇ ਵਿੱਚ, ਉਹ ਸਾਰੇ ਚੰਗੇ ਤਰੀਕੇ ਦੇ ਨਾਲ ਅਸੀਂ ਵਿਦ ਐਗਜ਼ਾਮਪਲ ਰਿਵੀਜ਼ਨ ਕਰ ਲਈਏ, ਉਹਨਾਂ ਦੀ ਮਤਲਬ ਰਿਵਾਈਜ਼ ਕਰ ਲਈਏ, ਕਿਉਂਕਿ ਇਹਦੇ ਨਾਲ ਸੰਬੰਧਿਤ ਅਸੀਂ ਕਲਾਸ ਦੇ ਵਿੱਚ ਤਾਂ ਇਹ ਐਕਸਰਸਾਈਜ਼ਸ ਕਰ ਚੁੱਕੇ ਹਨ, ਸਾਰੇ ਕਰ ਚੁੱਕੇ ਹਾਂ ਅਸੀਂ, ਰਾਈਟ? ਪਰ ਆਪਾਂ ਨੂੰ ਜੋ ਕੋਈ ਡਾਊਟਸ ਹੈਗੇ ਛੋਟੇ ਮੋਟੇ ਉਹ ਅਸੀਂ ਕਲੀਅਰ ਕਰਨੇ ਹਨ ਅਤੇ ਸ਼ੁਰੂ ਕਰਦੇ ਹਾਂ। ਪਿਆਰੇ ਬੱਚਿਓ, ਸਾਨੂੰ ਪਤਾ ਹੈ ਕਿ ਮੈਥਸ ਜਿਹੜਾ ਹੈਗਾ ਇਟਸ ਅ ਵੈਰੀ ਈਜ਼ੀ ਸਬਜੈਕਟ, ਪ੍ਰੋਵਾਈਡਿਡ ਕਿ ਸਾਨੂੰ ਸਮਝ ਪੂਰੀ ਹੋਣੀ ਚਾਹੀਦੀ ਹੈ ਕਿ ਕੋਈ ਵੀ ਫਾਰਮੂਲਾ ਕਿਵੇਂ ਡਿਰਾਈਵ ਹੋਇਆ ਹੈ। ਫਾਰਮੂਲੇ ਬਾਰੇ ਸਾਨੂੰ ਜਾਣਕਾਰੀ ਹੈ ਤਾਂ ਅਸੀਂ ਸਿੰਪਲੀ ਉਹ ਫਾਰਮੂਲੇ ਇੰਪਲੀਮੈਂਟ ਕਰਕੇ ਮੈਥਸ ਦਾ ਕੋਈ ਵੀ ਸਮ ਕਰ ਸਕਦੇ ਹਾਂ। ਅਤੇ ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਜੋ ਲਾਜ਼ ਆਫ ਐਕਸਪੋਨੈਂਟਸ ਦੇ ਸਾਰੇ ਸਮ ਜਿਹੜੇ ਸਾਰੇ ਫਾਰਮੂਲੇ ਨੇ ਇਹ ਤੁਹਾਨੂੰ ਔਨ ਯੋਰ ਟਿਪਸ ਹੋਣੇ ਚਾਹੀਦੇ ਹਨ। ਅਤੇ ਅੱਜ ਜਿੰਨੇ ਫਾਰਮੂਲੇਜ਼ ਹੈਗੇ ਆ ਅਸੀਂ ਉਹਨਾਂ ਨੂੰ ਦੁਹਰਾਵਾਂਗੇ, ਉਹਨਾਂ ਨੂੰ ਸਮਝਾਂਗੇ ਅਤੇ ਉਹਨਾਂ 'ਤੇ ਬੇਸਡ ਐਗਜ਼ਾਮਪਲਸ ਵੀ ਕਰਾਂਗੇ ਤਾਂ ਜੋ ਵਿਦਿਨ 30 ਮਿੰਟਸ ਸਾਡਾ ਪੂਰਾ ਦਾ ਪੂਰਾ ਚੈਪਟਰ ਅੱਜ ਕੰਪਲੀਟ ਹੋ ਜਾਵੇ। ਸੋ ਸਟਾਰਟ ਕਰਦੇ ਹਾਂ। ਸਾਡੇ ਕੋਲ ਜੋ ਫਸਟ ਫਾਰਮੂਲਾ ਹੈ ਉਹ ਹੈ ਕਿ a raised to power m into a raised to power n, ਮਤਲਬ ਇਹ ਇੱਥੇ ਇਸ ਨੂੰ ਅਸੀਂ ਆਧਾਰ ਕਹਿੰਦੇ ਹਾਂ, ਬੇਸ। ਸੋ a ਇਜ਼ ਦਾ ਬੇਸ, ਇੱਥੇ ਵੀ ਬੇਸ ਹੈ a, ਇੱਥੇ ਵੀ ਬੇਸ a ਹੀ ਹੈ। ਮਤਲਬ ਇਹ ਕਿ ਆਧਾਰ ਸਮਾਨ ਹੈ। ਜਦੋਂ ਆਧਾਰ ਸਮਾਨ ਹੋਵੇ ਤੇ ਵਿੱਚ ਹੋਵੇ ਗੁਣਾ ਦਾ ਨਿਸ਼ਾਨ। ਯਾਦ ਰੱਖਣਾ ਹੈ ਕਿ ਅਸੀਂ ਆਧਾਰ ਲਿਖ ਕੇ ਉਹਦੇ ਬਾਅਦ ਘਾਤਾਂ ਦਾ ਜੋੜ ਕਰ ਦੇਣਾ ਹੈ। ਘਾਤ ਇੱਥੇ ਕੀ ਹੈ m, ਇੱਥੇ ਦੀ ਘਾਤ ਕੀ ਹੈ n, ਇਹਨੂੰ ਜੋੜ ਦਿਓ, ਡੈਟਸ ਇਟ। ਓਕੇ, ਜਦੋਂ ਵੀ ਆਧਾਰ ਸਮਾਨ ਹੋਵੇ ਵਿੱਚ ਗੁਣਾ ਦਾ ਨਿਸ਼ਾਨ ਹੋਵੇ ਤਾਂ ਹਮੇਸ਼ਾ ਆਧਾਰ ਲਿਖ ਕੇ ਘਾਤਾਂ ਨੂੰ ਜੋੜ ਦਿਓ। ਸਵਾਲ ਹੋ ਜਾਣਾ। ਐਗਜ਼ਾਮਪਲ ਲੈ ਲੈਂਦੇ ਇੱਕ। ਮੰਨ ਲਓ ਸਾਡੇ ਕੋਲ ਐਗਜ਼ਾਮਪਲ ਹੈ 2 raised to the power 2 into 2 raised to the power 3। ਹੁਣ ਦੇਖੋ ਕਿ ਇੱਥੇ ਆਧਾਰ 2 ਹੈ, ਇੱਥੇ ਵੀ ਆਧਾਰ 2 ਹੈ, ਵਿੱਚ ਕੀ ਹੈ ਗੁਣਾ ਦਾ ਨਿਸ਼ਾਨ। ਮਤਲਬ ਆਧਾਰ ਸਮਾਨ ਵਿੱਚ ਗੁਣਾ ਦਾ ਨਿਸ਼ਾਨ। ਅਸੀਂ ਕੀ ਕਰਾਂਗੇ, ਆਧਾਰ ਲਿਖ ਕੇ ਘਾਤਾਂ ਨੂੰ ਜੋੜ ਕਰ ਦੇਣਾ ਆ, ਬਸ। ਆ ਲਓ ਜੀ, 2 ਦੀ ਘਾਤ 2 ਜਮਾ 3, ਇਹੀ ਫਾਰਮੂਲਾ ਬਣ ਗਿਆ ਨਾ ਜੀ। ਦੇਖੋ a ਦੀ ਜਗ੍ਹਾ 'ਤੇ 2 ਲਿਖਿਆ ਆ, ਵਿੱਚ ਗੁਣਾ ਨਿਸ਼ਾਨ ਹੈਗਾ ਆ, ਇੱਥੇ ਵੀ a ਦੀ ਜਗ੍ਹਾ 'ਤੇ 2 ਲਿਖਿਆ ਆ, m ਲਿਖੀ, ਇੱਥੇ ਘਾਤ 2 ਹੈ, ਇੱਥੇ ਘਾਤ n ਹੈ, ਇੱਥੇ ਘਾਤ 3 ਹੈ। ਆਹ ਵਾਲਾ ਫਾਰਮੂਲਾ ਜਿਹੜਾ ਹੈਗਾ ਅਸੀਂ ਅਪਲਾਈ ਕਰ ਦੇਣਾ ਹੈਗਾ ਆ। ਫਿਰ ਅਸੀਂ ਲਿਖ ਸਕਦੇ ਹਾਂ a ਮਤਲਬ 2 ਦੀ ਘਾਤ 2 ਜਮਾ 3, ਕੀ ਆ ਗਿਆ ਆਪਣੇ ਕੋਲ? ਇਹ ਆਪਣੇ ਕੋਲ ਆ ਗਿਆ 2 ਦੀ ਘਾਤ 5। ਸੋ 2 ਨੂੰ 5 ਵਾਰ ਮਲਟੀਪਲਾਈ ਕਰ ਦਿਓ, 2 ਨਾਲ ਹੀ 5 ਵਾਰ ਮਲਟੀਪਲੀਕੇਸ਼ਨ। ਸੋ ਇਹ ਹੋ ਜਾਏਗਾ ਆਪਣੇ ਕੋਲ 2 into 2 into 2 into 2 into 2। ਸੋ 2 2 ਜਾ 4, ਰਾਈਟ? 4 2 ਜਾ 8, 8 2 ਜਾ 16, ਆਹ ਵਾਲਾ 2, 16 2 ਜਾ 32। ਸੋ ਸਾਡੇ ਕੋਲ ਆਂਸਰ ਆਇਆ 32। ਕੁਆਇਟ ਈਜ਼ੀ। ਸੋ ਇੱਥੇ ਆਂਸਰ ਲਿਖਾਂਗੇ ਅਸੀਂ 32 ਇਜ਼ ਦਾ ਆਂਸਰ। ਓਕੇ, ਇਸੇ ਤਰੀਕੇ ਦੇ ਨਾਲ ਤੁਸੀਂ ਹੋਰ ਸਵਾਲ ਕਰ ਸਕਦੇ ਹੈਗੇ ਆ ਆਪਣੇ ਆਪ ਨੂੰ। ਤੁਸੀਂ ਹੋਰ ਜਿਹੜੇ ਹੈਗੇ ਆ ਆਪ ਮਤਲਬ ਕਿ ਆਪਣੇ ਆਪ ਨੂੰ ਰਕਮ ਲੈਣੀ ਹੈਗੀ ਆ, ਲਿਖਣੀ ਹੈ ਅਤੇ ਆਪ ਉਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਨੀ ਹੈ। ਲੇਕਿਨ ਮੈਂ ਇਸ ਸੈਸ਼ਨ ਦੇ ਐਂਡ ਦੇ ਵਿੱਚ ਵੀ ਤੁਹਾਨੂੰ ਕੁਝ ਅਸਾਈਨਮੈਂਟ ਦਊਂਗਾ ਅਤੇ ਉਹ ਤੁਸੀਂ ਆਪ ਕਰਨੀ ਹੋਏਗੀ, ਰਾਈਟ? ਤਾਂ ਨੈਕਸਟ ਅਸੀਂ ਲੈਂਦੇ ਹਾਂ ਜੀ, ਇਹਦਾ ਤੁਹਾਡਾ ਇੱਕ ਫਾਰਮੂਲਾ ਹੋ ਗਿਆ ਹੈ। ਸੈਕਿੰਡ ਫਾਰਮੂਲੇ ਦੀ ਗੱਲ ਕਰਦੇ ਹਾਂ ਅਸੀਂ। ਸੈਕਿੰਡ ਫਾਰਮੂਲਾ ਕੀ ਹੈਗਾ ਆ? ਜਸਟ ਉਹਦੇ ਉਲਟ ਆ। ਦੇਖੋ ਇੱਥੇ ਗੁਣਾ ਨਿਸ਼ਾਨ ਸੀ, ਇੱਥੇ ਭਾਗ ਦਾ ਨਿਸ਼ਾਨ ਆ। ਮਤਲਬ ਦੇਖੋ ਇੱਥੇ ਵੀ ਜੋ ਆਧਾਰ ਸਮਾਨ ਹੈ ਲੇਕਿਨ ਵਿੱਚ ਗੁਣਾ ਦੇ ਨਿਸ਼ਾਨ ਨਹੀਂ ਹੈ, ਸਿਰਫ ਭਾਗ ਦਾ ਨਿਸ਼ਾਨ ਹੈ। ਮਤਲਬ ਗੁਣਾ ਦੀ ਜਗ੍ਹਾ 'ਤੇ ਲੱਗਿਆ ਹੈ ਭਾਗ, ਦੈਟਸ ਇਟ। ਓਕੇ, ਫਿਰ ਕੀ ਕਰਾਂਗੇ ਅਸੀਂ? ਆਧਾਰ ਲਿਖ ਕੇ ਘਾਤਾਂ ਦਾ ਘਟਾਓ ਕਰ ਦੇਣਾ ਹੈ।
ਸੋ ਇੱਥੇ ਅਸੀਂ ਜੋੜਿਆ ਸੀ, ਜਦੋਂ ਗੁਣਾ ਸੀਗਾ ਲੱਗਿਆ ਵਿੱਚ ਤਾਂ ਜੋੜ ਦਿੱਤਾ ਸੀ ਘਾਤਾਂ ਨੂੰ, ਜਦੋਂ ਭਾਗ ਲਗਾਇਆ ਗਿਆ ਡਿਵੀਜ਼ਨ ਲੱਗੀ ਆ ਤਾਂ ਅਸੀਂ ਇੱਥੇ ਉਸ ਨੂੰ ਘਟਾ ਦੇਣਾ ਹੈਗਾ ਆ। ਇਹਦੇ ਬੇਸ 'ਤੇ ਆਪਾਂ ਸਵਾਲ ਕਰ ਲੈਂਦੇ ਇੱਕ। ਸਾਡੇ ਕੋਲ ਸਵਾਲ ਹੈਗਾ ਆ, ਇਸ ਐਗਜ਼ਾਮਪਲ ਦਾ ਆਪਾਂ ਲੈ ਲੈਂਦੇ ਇੱਕ 2 raised to the power 5 into ਸੌਰੀ ਇੱਥੇ ਕਿਉਂਕਿ ਭਾਗ ਦਾ ਨਿਸ਼ਾਨ ਹੈ, ਆਹ ਵਾਲਾ ਫਾਰਮੂਲਾ ਲਗਾਉਣਾ ਸੀ 2 raised to the power 3 a raised to the power m, ਇੱਥੇ a ਜਗ੍ਹਾ 2 ਦਿੱਤਾ ਹੋਇਆ ਹੈ 2, m ਦੀ ਜਗ੍ਹਾ ਦਿੱਤਾ ਹੈ 5, ਭਾਗ ਜਗ੍ਹਾ ਭਾਗ ਹੈ, a ਦੀ ਪਾਵਰ n ਦਿੱਤਾ ਹੋਇਆ, a ਦੀ ਇੱਥੇ a ਦੀ ਜਗ੍ਹਾ 2 ਹੈ ਅਤੇ ਉਸ ਦੀ ਜੋ ਪਾਵਰ ਹੈ ਉਹ ਹੈ 3। ਫਿਰ ਮੈਂ ਇੱਥੇ ਲਿਖ ਦਿੰਦਾ ਆ। ਸੋ a ਦੀ ਜਗ੍ਹਾ 'ਤੇ 2 ਹੈ, m ਦੀ ਥਾਂ 'ਤੇ ਇੱਥੇ ਦਿੱਤਾ ਹੋਇਆ ਹੈ 5, n ਦੀ ਥਾਂ 'ਤੇ ਦਿੱਤਾ ਹੋਇਆ ਹੈ 3। ਤਾਂ ਅਸੀਂ ਇਸ ਨੂੰ ਇਸ ਫਾਰਮ ਵਿੱਚ ਲਿਖ ਸਕਦੇ ਹਾਂ। ਹੁਣ ਲਿਖ ਦਾਂਗੇ ਅਸੀਂ ਆਧਾਰ ਕੀ ਇੱਥੇ 2, a ਜਿਹੜਾ ਹੈ ਨਾ 2 ਹੀ ਨਾ ਜੀ, 5 - 3 ਇਹ ਲਿਖ ਦਿੱਤਾ ਆਪਾਂ 2 raised to the power, 5 ਦੇ ਵਿੱਚੋਂ 3 ਗਏ 2, ਸੋ ਇਸ ਨੂੰ ਅਸੀਂ ਲਿਖ ਸਕਦੇ ਹਾਂ 2 × 2 4, ਇਹ ਆਨਸਰ ਆ ਗਿਆ। ਠੀਕ ਹੈ ਜੀ, ਇਸ ਟਾਈਪ ਦੇ ਹੀ ਕੁਐਸਚਨਸ ਹੁੰਦੇ ਹਨ ਐਕਸਪੋਨੈਂਟਸ ਐਂਡ ਪਾਵਰਸ ਦੇ, ਬੜੇ ਈਜ਼ੀ ਹੈਗੇ ਆ। ਸਿਰਫ ਫਾਰਮੂਲੇ ਜਿਹੜੇ ਹੈਗੇ ਚੰਗੇ ਤਰੀਕੇ ਦੇ ਨਾਲ ਤੁਹਾਨੂੰ ਆਉਣੇ ਚਾਹੀਦੇ ਆ, ਸਮ ਤੁਸੀਂ ਬੜੀ ਈਜ਼ੀਲੀ ਕਰ ਲਓਗੇ, ਰਾਈਟ। ਲਓ ਜੀ, ਥਰਡ ਅਸੀਂ ਇਸ ਲੈ ਲੈਂਦੇ ਹਾਂ। ਹੁਣ ਇਹਦੀ ਐਗਜ਼ਾਮਪਲ ਲੈਂਦੇ ਹਾਂ। ਸਾਡੇ ਕੋਲ ab raised to the power n, ab raised to the power n is equal to a ਦੀ ਪਾਵਰ n ਤੇ b ਦੀ ਪਾਵਰ n। ਹੁਣ ਇਹ ਸਵਾਲ ਅਸੀਂ ਸੋਲਵ ਕਰਨਾ ਹੈ, ਠੀਕ ਹੈ ਜੀ। ਤੇ ਇਹ ਸਵਾਲ ਆਪਾਂ ਸੋਲਵ ਕਰਦੇ ਹਾਂ। ਤੇ ਆਓ ਹੁਣ ਮੰਨ ਲਓ ਸਵਾਲ ਸਾਡੇ ਕੋਲ ਹੈ 24 ਦੀ ਘਾਤ 3, ਠੀਕ ਹੈ ਜੀ। ਹੁਣ 24 ਦੀ ਘਾਤ 3 ਮਤਲਬ 24 ਦਾ ਘਣ ਸਾਨੂੰ ਨਹੀਂ ਪਤਾ, ਈਜ਼ੀ ਵੇ ਦੇ ਵਿੱਚ ਆਪਾਂ ਪਤਾ ਕਰ ਸਕਦੇ ਹਾਂ ਆਹ ਵਾਲਾ ਫਾਰਮੂਲਾ ਲਗਾ ਕੇ। ਦੇਖੋ ਤੁਸੀਂ ਇਸ ਨੂੰ ਪਹਿਲਾਂ 24 ਕਿਹਦਾ ਪ੍ਰੋਡਕਟ ਹੈ ਜੀ 6 × 4 ਸਾਰੇ ਦੀ ਪਾਵਰ 3 ਦੇਖ ਲਿਆ ਜੀ। ਹੁਣ ਅਸੀਂ ਆਹ ਵਾਲਾ ਫਾਰਮੂਲਾ ਲਗਾ ਲੈਣਾ। ਦੇਖੋ a ਕੀ ਇੱਥੇ ਆ a ਹੈ, ਆ b ਹੈ, ਸੋ a × b। ਜਦੋਂ ਸਾਡੇ ਕੋਲ a × b ਦੀ ਪਾਵਰ n ਹੋਵੇ, ਆ n ਹੈਗਾ ਤੇ 3, ਅਸੀਂ ਲਿਖ ਸਕਦੇ ਹਾਂ ਉਸ ਨੂੰ a ਦੀ ਪਾਵਰ n × b ਦੀ ਪਾਵਰ n। ਮਤਲਬ ਅਸੀਂ ਇਸ ਨੂੰ ਲਿਖ ਸਕਦੇ ਹਾਂ ਹੁਣ 6 ਦੀ ਪਾਵਰ 3 × 4 raised to power 3। ਇੱਥੇ a ਕੀ ਹੈ 6, ਪਾਵਰ ਉਸ ਦੀ n 3, b ਕੀ ਹੈ 4, ਰਾਈਟ, ਤੇ ਪਾਵਰ ਉਸ ਦੀ 3। ਸੋ ਅਸੀਂ ਉਹਨੂੰ ਕਿਉਂਕਿ ਤਕਰੀਬਨ 10 ਤੱਕ ਦਾ ਘਣ ਸਾਰਿਆਂ ਨੂੰ ਪਤਾ ਹੁੰਦਾ ਹੈ, ਠੀਕ ਹੈ ਜੀ। 6 × 36, 36 × 216 ਗੁਣਾ 4 ਦਾ ਘਣ 4 × 16, 16 × 64। ਬਸ ਸਿੰਪਲ ਇਸ ਨੂੰ ਮਲਟੀਪਲਾਈ ਕਰ ਦਿਓ, ਆਨਸਰ ਆ ਜਾਏਗਾ। ਓਕੇ, ਨੈਕਸਟ ਅਸੀਂ ਕਰਦੇ ਹਾਂ। ਨੈਕਸਟ ਸਾਡੇ ਕੋਲ ਹੈ a/b ਜਿਹੜਾ ਨੈਕਸਟ ਹੈ ਸਾਡੇ ਕੋਲ a/b raised to power n, ਇਸ ਨੂੰ ਲਿਖ ਸਕਦੇ ਹਾਂ a/n, ਸੋ a raised to power n upon b raised to power n। ਸੋ ਅਸੀਂ ਇਸ ਨੂੰ ਇਸ ਤਰੀਕੇ ਨਾਲ ਸੋਲਵ ਕਰ ਸਕਦੇ ਹਾਂ 64/16 raised to the power 2 ਇਸ ਤਰੀਕੇ ਨਾਲ ਦਿੱਤਾ ਹੋਵੇ, ਅਸੀਂ ਇਸ ਨੂੰ ਕਿਵੇਂ ਸੋਲਵ ਕਰਾਂਗੇ? ਅਸੀਂ ਇਸ ਨੂੰ ਲਿਖ ਸਕਦੇ ਹਾਂ a ਦੀ ਪਾਵਰ n, ਇੱਥੇ a ਕੀ ਆ 64 raised to the power 2 upon b 16/2। ਸੋ ਇਸ ਤਰੀਕੇ ਨਾਲ ਤੁਸੀਂ ਇਸ ਨੂੰ ਅੱਗੇ ਫਰਦਰ ਸੋਲਵ ਕਰਨਾ ਹੈ। 64 ਦਾ ਵਰਗ ਬਟਾ 16 ਦਾ ਵਰਗ। ਇਹਦੇ ਕੋਲ 5th ਜੋ ਫਾਰਮੂਲਾ ਹੈ ਉਹ ਹੈ ਕਿ a raised to power m ਬ੍ਰੈਕਟ raised to power n, ਇਸ ਨੂੰ ਲਿਖ ਸਕਦੇ ਹਾਂ am × n, ਮਤਲਬ a raised to power m × n। ਚਲੋ ਇਹਦੇ ਨਾਲ ਸੰਬੰਧਿਤ ਇੱਕ ਉਦਾਹਰਨ ਕਰ ਲੈਂਦੇ ਹਾਂ ਅਸੀਂ। ਹੁਣ ਸਾਡੇ ਕੋਲ ਸਵਾਲ ਹੈਗਾ ਆ 2 raised to the power 2 ਬ੍ਰੈਕਟ raised to the power
3। ठीक है जी, इत्थे a की है 2, m की है 2 पावर, उस तो बाद n की है 3। इसमें से लिख सकते हैं इस फॉर्म के a रेज टू पावर m इंटू n, मतलब 2 रेज टू पावर 2 इंटू 3, ये आ गया 2 रेज टू पावर 6, जो बन गया साढ़े कोल 2 इंटू 2 इंटू 2 इंटू 2 इंटू 2 इंटू 2 इंटू 2। ठीक है जी, सो 2 2 जा 4, 4 2 जा 8, 8 2 जा 16, 16 2 जा 32, 32 2 जा 64, ये इसका आंसर आ जाना है जी। ठीक है बेटे, मैं ना नंबर्स ਜਿਹੜੇ ਹੈਗੇ ਆ ਛੋਟੇ ਇਸ ਕਰਕੇ ਲੈ ਰਹੇ ਤਾਂ ਕਿ ਤੁਹਾਨੂੰ ਈਜ਼ੀਲੀ ਸਮਝ ਆ ਜਾਵੇ। ਉਸ ਤੋਂ ਬਾਅਦ ਤੁਸੀਂ ਆਪ ਆਪਣੇ ਆਪ ਨੂੰ ਐਗਜ਼ਾਮਪਲਸ ਦੇ ਕੇ ਸੋਲਵ ਕਰਨ ਦੀ ਕੋਸ਼ਿਸ਼ ਕਰਨੀ ਹੈ। 2 ਜਗ੍ਹਾ 3 ਰੱਖ ਦਿਓ, 5 ਰੱਖ ਦਿਓ, 4 ਰੱਖ ਦਿਓ। ਠੀਕ ਹੈ, ਹਰ ਇੱਕ ਫਾਰਮੂਲੇ ਲਈ ਤੁਸੀਂ ਘੱਟੋ ਘੱਟ 2 ਜਾਂ 3 ਉਦਾਹਰਨਾਂ ਜ਼ਰੂਰ ਕਰਿਓ, ਉਹਦੇ ਨਾਲ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਏਗਾ, ਦਿਮਾਗ 'ਚ ਬੈਠ ਜਾਏਗਾ ਤੁਹਾਡੇ, ਤਾਂ ਹੀ ਫਾਰਮੂਲਾ ਜਿਹੜਾ ਹੈਗਾ ਆ ਇਹ ਰਿਟੇਨ ਕਰ ਪਾਓਗੇ ਤੁਸੀਂ ਆਪਣੇ ਦਿਮਾਗ ਦੇ ਵਿੱਚ। ਓਕੇ, ਨੈਕਸਟ ਸਾਡੇ ਕੋਲ ਹੈ 6th ਫਾਰਮੂਲਾ, x upon y raised to power minus m। ਸਾਡੇ ਕੋਲ ਹੋਵੇ 2/3 ਰੇਜ਼ ਟੂ ਦੀ ਪਾਵਰ -2। ਘਬਰਾ ਨਹੀਂ ਜਾਣਾ ਕਿ ਵੀ ਇੱਥੇ ਤਾਂ ਘਾਤ -2 ਦੇ ਵਿੱਚ ਹੈ। ਘਾਤ ਅਸੀਂ ਜਿਹੜੀ ਹੈਗੀ ਧਨਾਤਮਕਤਾ ਪੜ੍ਹੀਆਂ ਹੈਗੀਆਂ, ਸਾਨੂੰ ਪਤਾ ਵੀ ਹੈ, ਲੇਕਿਨ ਮਾਈਨਸ ਹੈ, ਹੁਣ ਆਪਾਂ ਮਲਟੀਪਲਾਈ ਕਿਵੇਂ ਕਰਾਂਗੇ? ਤਾਂ ਇਹਦੇ ਲਈ ਆਹ ਫਾਰਮੂਲਾ ਆਪਾਂ ਯੂਜ਼ ਕਰਨਾ ਹੈ। ਸਿਰਫ ਅਸੀਂ ਕੀ ਕਰਨਾ ਹੈਗਾ ਆ, ਜੋ ਨਿਊਮਰੇਟਰ ਹੈ ਉਸ ਨੂੰ ਡਿਨੋਮੀਨੇਟਰ ਬਣਾ ਦੇਣਾ ਆ, ਜੋ ਡਿਨੋਮੀਨੇਟਰ ਹੈ ਉਸ ਨੂੰ ਨਿਊਮਰੇਟਰ ਬਣਾ ਦੇਣਾ, ਜੋ ਅੰਸ਼ ਹੈ ਉਸ ਨੂੰ ਹਰ ਵਿੱਚ ਬਦਲ ਦੇਣਾ ਆ, ਤੇ ਜੋ ਹਰ ਹੈ ਉਸ ਨੂੰ ਅੰਸ਼ ਵਿੱਚ ਬਦਲ ਦੇਣਾ। ਇਸ ਨੂੰ ਆਪਾਂ ਲਿਖ ਸਕਦੇ ਹੈਗੇ ਆ, ਆਹ ਦੇਖੋ ਆਹੀ ਫਾਰਮੂਲਾ ਲਗਾਓ। ਇੱਥੇ x/y ਸੀਗਾ, ਹੁਣ ਕੀ ਕੀਤਾ ਅਸੀਂ y/x ਲਿਖ ਦਿੱਤਾ, ਤੇ ਉੱਪਰੋਂ ਉਹਦਾ ਜਿਹੜਾ ਮਾਈਨਸ ਸਾਈਨ ਹੈ ਉਹ ਹਟਾ ਦੇਣਾ ਹੈਗਾ ਆ। ਠੀਕ ਹੈ ਜੀ, ਸੋ ਇਸ ਨੂੰ ਆਪਾਂ ਲਿਖ ਸਕਦੇ ਹਾਂ 3/2 ਸਾਰੇ ਦੀ ਪਾਵਰ 2। ਜਦੋਂ ਆਪਾਂ ਇਸ ਤਰੀਕੇ ਨਾਲ ਲਿਖ ਲਿਆ, ਇਹ ਹੁਣ ਸਾਡੇ ਕੋਲ ਕਿਹੜਾ ਫਾਰਮੂਲਾ ਬਣ ਗਿਆ? ਆਹ ਵਾਲਾ ਫਾਰਮੂਲਾ ਬਣ ਗਿਆ, a/b ਰੇਜ਼ ਟੂ ਦੀ ਪਾਵਰ n। ਫਿਰ ਅਸੀਂ ਇਸ ਨੂੰ ਇਸ ਰੂਪ ਵਿੱਚ ਲਿਖ ਸਕਦੇ ਹਾਂ। ਇਸ ਨੂੰ ਆਪਾਂ ਲਿਖ ਦੇਵਾਂਗੇ 3 ਦੀ ਘਾਤ 2/2 ਦੀ ਘਾਤ 2। ਇਹ ਆਪਣੇ ਕੋਲ ਬਣ ਗਿਆ 3 ਤੀਆ 9, 2 ਦੂਣੀ 4, ਇਹ ਆਨਸਰ ਆ ਗਿਆ ਜੀ ਇਹਦਾ। ਠੀਕ ਹੈ ਜੀ, ਤੇ ਬੱਚੋ ਇਸ ਤਰੀਕੇ ਦੇ ਨਾਲ ਤੁਸੀਂ ਇਹ ਸਾਰੇ ਫਾਰਮੂਲੇ ਜਿਹੜੇ 6 ਫਾਰਮੂਲੇਜ਼ ਨੇ ਇਹਨੂੰ ਚੰਗੀ ਤਰੀਕੇ ਨਾਲ ਯਾਦ ਕਰ ਲੈਣਾ ਆ। ਇਸ ਤੋਂ ਇਲਾਵਾ ਵੀ ਕੁਝ ਹੈ ਹੋਰ, ਉਹ ਕੀ ਹੈ? ਬਹੁਤ ਇੰਪੋਰਟੈਂਟ ਹੈ ਕਿ ਆਮ ਤੌਰ 'ਤੇ ਬੱਚੇ ਗਲਤੀ ਕਰ ਜਾਂਦੇ ਹਨ ਕਿ ਜੇ a ਦੀ ਪਾਵਰ 0 ਹੋਵੇ ਤਾਂ ਕੀ ਹੋਏਗਾ। ਠੀਕ ਹੈ ਜੀ, ਹਮੇਸ਼ਾ ਇਸ ਦਾ ਉੱਤਰ ਤੁਸੀਂ 1 ਲਿਖਣਾ ਹੈ, ਭਾਵੇਂ a ਦੀ ਥਾਂ 'ਤੇ 1000 ਲਿਖਿਆ ਹੈ ਤਾਂ ਵੀ 1 ਹੋਏਗਾ, ਭਾਵੇਂ 2 ਲਿਖਿਆ ਹੈ ਤਾਂ ਵੀ 1 ਹੋਏਗਾ। ਮਤਲਬ ਇਹ ਕਿ ਕਿਸੇ ਦੀ ਵੀ ਘਾਤ, ਕਿਸੇ ਵੀ ਘਾਤ ਜੇ 0 ਹੋਏਗੀ ਤੁਸੀਂ ਉਸ ਨੂੰ 1 ਲਿਖਣਾ ਹੈ। ਉਸ ਤੋਂ ਬਾਅਦ ਜੇ a ਦੀ ਘਾਤ 1 ਹੈ ਤਾਂ ਇਹ ਹਮੇਸ਼ਾ a ਲਿਖ ਹੋਏਗਾ। ਠੀਕ ਹੈ ਜੀ, ਬਾਕੀ ਇਹ ਕਿਸ ਤਰੀਕੇ ਨਾਲ ਲਿਖ ਹੋਇਆ ਇਹ ਅਸੀਂ ਕਲਾਸ ਦੇ ਵਿੱਚ ਆਲਰੇਡੀ ਡਿਸਕਸ ਕਰ ਚੁੱਕੇ ਹਾਂ। ਠੀਕ ਹੈ, ਤੇ ਆਪਾਂ ਹੁਣ ਕਿਉਂਕਿ ਵੀਡੀਓ ਵੀ ਸ਼ਾਰਟ ਕਰਨੀ ਹੁੰਦੀ ਹੈ, ਸਿਰਫ ਆਹ 6 ਫਾਰਮੂਲੇ ਇਹ ਹੋ ਗਏ, 7th ਇਹ ਹੋ ਗਿਆ ਤੇ 8th ਇਹ ਹੋ ਗਿਆ। ਇਸ ਤਰੀਕੇ ਨਾਲ ਤੁਸੀਂ ਇਹਨਾਂ ਨੂੰ ਜ਼ਰੂਰ ਯਾਦ ਰੱਖਣਾ ਹੈਗਾ ਆ। ਹੁਣ ਅਸਾਈਨਮੈਂਟਸ ਤੁਹਾਡੇ ਲਈ, ਲਓ ਜੀ, ਜੋ ਕੁਐਸਚਨ 1 ਦੇ ਨਾਲ ਬੇਸਡ ਜੋ ਅਸਾਈਨਮੈਂਟ ਹੈ ਪਹਿਲੀ, ਉਹ ਹੈ 3 ਰੇਜ਼ ਟੂ ਦੀ ਪਾਵਰ 4 ਇੰਟੂ 3 ਰੇਜ਼ ਟੂ ਦੀ ਪਾਵਰ 3 ਕੀ ਹੋਏਗਾ। 3 ਰੇਜ਼ ਟੂ ਪਾਵਰ 4 ਡਿਵਾਈਡਡ ਬਾਈ 3 ਰੇਜ਼ ਟੂ ਪਾਵਰ 3 ਇਹ ਪਤਾ ਕਰਨਾ ਹੈ ਤੁਸੀਂ। ਉਸ ਤੋਂ ਬਾਅਦ 32 ਲਿਖ ਲੈਂਦੇ ਹਾਂ ਰੇਜ਼ ਟੂ ਦੀ ਪਾਵਰ n। ਠੀਕ ਹੈ ਜੀ, ਪਹਿਲਾਂ ਇਸ ਨੂੰ ਪ੍ਰੋਡਕਟ ਫਾਰਮ ਵਿੱਚ ਲਿਖ ਲਓ। ਠੀਕ ਹੈ, ਉਸ ਤੋਂ ਬਾਅਦ ਤੁਸੀਂ ਉਸ ਨੂੰ ਆਹ ਵਾਲਾ ਫਾਰਮੂਲਾ ਲਗਾਉਣਾ ਹੈ। ਨੈਕਸਟ ਹੈ 4th ਐਲੀ ਅਸਾਈਨਮੈਂਟ ਤੁਹਾਡੇ ਕੋਲ, ਅਸੀਂ ਲਿਖ ਦਿੰਦੇ ਹਾਂ 4/3 ਰੇਜ਼ ਟੂ ਦੀ ਪਾਵਰ 2। a 4 raised to power 2 into bracket 3
ਤੇ 6th ਲਈ 2/3 ਰੇਜ਼ ਟੂ ਦੀ ਪਾਵਰ -2 ਤੇ 7th ਹੋਏਗਾ ਤੁਹਾਡੇ ਲਈ 3 ਰੇਜ਼ ਟੂ ਦੀ ਪਾਵਰ 0 ਕੀ ਹੋਏਗਾ ਤੇ 8th ਹੈ 4 ਰੇਜ਼ ਟੂ ਪਾਵਰ 1 ਕੀ ਹੋਏਗਾ 9th ਹੈ 4 ਰੇਜ਼ ਟੂ ਪਾਵਰ 3 ਕੀ ਹੋਏਗਾ। ਸੋ ਇਸ ਤਰੀਕੇ ਨਾਲ ਤੁਸੀਂ ਅਸਾਈਨਮੈਂਟ ਜਿਹੜੀ ਹੈਗੀ ਹੈ ਇਹ ਆਪ ਕਰਨੀ ਹੈ ਤੇ ਹੋ ਸਕੇ ਤਾਂ ਆਪਣੇ ਆਪ ਨੂੰ ਆਪ ਤੁਸੀਂ ਸਵਾਲ ਦੇਣੇ ਹਨ। ਰਾਈਟ, ਅੱਜ ਦਾ ਇਹ ਲੈਸਨ ਜਿਹੜਾ ਹੈਗਾ ਯਾਰ ਤੁਹਾਨੂੰ ਚੰਗੇ ਤਰੀਕੇ ਦੇ ਨਾਲ ਸਮਝ ਆ ਗਿਆ ਹੋਵੇਗਾ, ਉਮੀਦ ਕਰਦਾ ਮੈਂ ਇਸ ਗੱਲ ਤੇ ਫਿਰ ਅਸੀਂ ਹਾਜ਼ਰ ਹੋਵਾਂਗੇ ਇੱਕ ਹੋਰ ਨਵੇਂ ਲੈਸਨ ਦੇ ਨਾਲ। ਰਾਈਟ, ਤੇ ਉਦ ਤੱਕ ਲਈ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ। ਧੰਨਵਾਦ।